ਹੈਲੋ ਗੁੱਡ ਮਾਰਨਿੰਗ ਡੀਅਰ ਸਟੂਡੈਂਟ। ਬੇਟਾ ਅੱਜ ਆਪਾਂ ਆਧੁਨਿਕ ਭਾਰਤੀ ਉਦਯੋਗ ਬਾਰੇ ਗੱਲ ਕਰਾਂਗੇ। ਪਹਿਲੇ ਲੈਕਚਰ 'ਚ ਆਪਾਂ ਕਰ ਚੁੱਕੇ ਹਾਂ, ਪਹਿਲੀ ਵੀਡੀਓ 'ਚ ਆਪਾਂ ਲਘੂ ਉਦਯੋਗ ਦੇ ਪਤਨ ਦੇ ਕਾਰਨ ਕੀਤੇ, ਠੀਕ ਹੈ ਰਾਜੇ। ਅਤੇ ਹੁਣ ਆਪਾਂ ਆਧੁਨਿਕ ਭਾਰਤੀ ਉਦਯੋਗ, ਜਦੋਂ ਲਘੂ ਉਦਯੋਗ ਖਤਮ ਹੋ ਗਿਆ ਤਾਂ ਉਸ ਤੋਂ ਬਾਅਦ ਆਧੁਨਿਕ ਭਾਰਤੀ ਉਦਯੋਗ ਕੀ ਆ ਸਟਾਰਟ ਹੋਇਆ, ਠੀਕ ਹੈ। ਤਾਂ ਉਦਯੋਗਾਂ ਦੀ ਸਥਾਪਨਾ ਹੋਣ ਲੱਗੀ, ਠੀਕ ਹੈ। ਅੰਗਰੇਜ਼ੀ ਸ਼ਾਸਨ ਸੀ ਜਿਹੜਾ, ਉਸ ਸਮੇਂ ਭਾਰਤ ਵਿੱਚ ਬਹੁਤ ਸਾਰੇ ਨਵੇਂ ਉਦਯੋਗਾਂ ਦੀ ਸਥਾਪਨਾ ਹੋਈ, ਜਿਨ੍ਹਾਂ ਵਿੱਚ ਪ੍ਰਮੁੱਖ ਉਦਯੋਗ ਹੇਠਾਂ ਲਿਖਿਆ, ਠੀਕ ਹੈ। ਜਿਨ੍ਹਾਂ ਵਿੱਚ ਮੇਨ ਉਦਯੋਗ ਕਿਹੜੇ ਆ ਉਹ ਹੇਠਾਂ ਲਿਖਿਆ। ਸੂਤੀ ਕੱਪੜਾ ਉਦਯੋਗ, ਠੀਕ ਹੈ। ਫਸਟ 'ਤੇ ਕੀ ਹੋਇਆ? ਸੂਤੀ ਕੱਪੜਾ ਉਦਯੋਗ। ਸੂਤੀ ਕੱਪੜਾ ਉਦਯੋਗ ਕੀ ਹੋਇਆ? ਭਾਰਤ ਵਿੱਚ ਸੂਤੀ ਕੱਪੜੇ ਦਾ ਪਹਿਲਾ ਕਾਰਖਾਨਾ 1853 ਵਿੱਚ ਮੁੰਬਈ ਵਿਖੇ, ਠੀਕ ਹੈ, ਲਗਾਇਆ ਗਿਆ। ਅਤੇ ਦੇਖੋ ਰਾਜੇ 1877 ਵਿੱਚ ਜਿਹੜੀ ਕਪਾਹ ਸੀਗੀ ਉਹਦੀ ਉਪਜ ਦੇ ਬਹੁਤ ਸਾਰੇ ਖੇਤਰ ਜਿਵੇਂ ਕਿ ਅਹਿਮਦਾਬਾਦ, ਨਾਗਪੁਰ ਆਦਿ ਵਿੱਚ ਬਹੁਤ ਸਾਰੀਆਂ ਕੱਪੜਾ ਮਿੱਲਾਂ ਸਥਾਪਿਤ ਕਰਤੀਆਂ, ਠੀਕ ਆ। ਜਿਹੜੇ ਅੰਗਰੇਜ਼ ਸੀ ਆਪਣਾ ਉਹਨਾਂ ਨੇ ਮੁਨਾਫਾ ਵਧਾਉਣ ਦੇ ਲਈ, ਠੀਕ ਆ, ਪ੍ਰੋਫਿਟ ਵਧਾਉਣ ਦੇ ਲਈ ਬਹੁਤ ਸਾਰੀਆਂ ਫੈਕਟਰੀਆਂ ਜਿੱਥੇ ਪੈਦਾਵਾਰ ਵੱਧ ਸੀ ਉੱਥੇ ਸਥਾਪਿਤ ਕਰਤੀਆਂ। ਓਕੇ, ਉਹਨਾਂ ਦੀ ਸਥਾਪਨਾ ਕਰਤੀ। ਬਾਅਦ ਵਿੱਚ ਕੀ ਹੋਇਆ ਕਿ ਉੱਥੇ ਬਹੁਤ ਸਾਰੇ ਮਜ਼ਦੂਰਾਂ ਨੂੰ ਰੱਖ ਲਿਆ ਗਿਆ। ਉਹ ਕਹਿੰਦੇ ਵੀ 1879 ਵਿੱਚ ਲਗਭਗ 59 ਸੂਤੀ ਕੱਪੜਾ ਮਿੱਲਾਂ ਸੀਗੀਆਂ ਭਾਰਤ ਵਿੱਚ ਸਥਾਪਿਤ ਕੀਤੀਆਂ ਸੀ ਅੰਗਰੇਜ਼ਾਂ ਨੇ, ਜਿਨ੍ਹਾਂ ਵਿੱਚ ਲਗਭਗ, ਠੀਕ ਹੈ, 43,000 ਲੋਕ ਕੰਮ ਕਰਦੇ ਸੀਗੇ। ਅਤੇ 1905 ਵਿੱਚ ਕੱਪੜਾ ਮਿੱਲਾਂ ਦੀ ਗਿਣਤੀ ਵੱਧ ਕੇ ਕਿੰਨੀ ਹੋ ਗਈ ਸੀਗੀ? 205 ਹੋ ਗਈ ਸੀ, ਠੀਕ ਹੈ। ਅਤੇ ਇੱਥੇ ਕਿੰਨੇ ਮਜ਼ਦੂਰ ਕੰਮ ਕਰਨ ਲੱਗੇ? 1,96,000 ਮਜ਼ਦੂਰ ਕੰਮ ਕਰਨ ਲੱਗੇ। ਇੰਨਾ ਵਿਕਾਸ ਹੋਇਆ। ਅਤੇ ਕਿੰਨਾ ਦੇਖੋ ਕਿੰਨੇ ਮਜ਼ਦੂਰ ਕੰਮ ਕਰਦੇ ਆ ਅਤੇ ਕਿੰਨਾ ਉਹਨਾਂ ਨੂੰ ਪ੍ਰੋਫਿਟ ਹੁੰਦਾ ਹੋਊਗਾ ਅੰਗਰੇਜ਼ ਸਰਕਾਰ ਨੂੰ, ਠੀਕ ਹੈ। ਬ੍ਰਿਟਿਸ਼ ਸਰਕਾਰ ਸੀਗੀ ਜਿਹੜੀ ਗਵਰਨਮੈਂਟ ਸੀ, ਉਹਨੂੰ ਬਹੁਤ ਜ਼ਿਆਦਾ ਲੋਸ, ਉਹ ਮਤਲਬ ਕਿ ਬਹੁਤ ਜ਼ਿਆਦਾ ਉਹਨਾਂ ਨੂੰ ਪ੍ਰੋਫਿਟ ਹੋਇਆ। ਅਤੇ ਇੰਡੀਆ ਨੂੰ ਕੀ ਹੋਇਆ? ਇੰਡੀਆ ਨੂੰ ਬਹੁਤ ਜ਼ਿਆਦਾ ਕੀ ਆ ਲੋਸ ਹੋਇਆ। ਨੈਕਸਟ ਪਟਸਨ ਦਾ ਉਦਯੋਗ ਕੀ ਸੀਗਾ? ਪਟਸਨ ਸੀ ਜਿਹੜਾ, ਉਹਦੀਆਂ ਬੋਰੀਆਂ ਅਤੇ ਟਾਟ ਬਣਾਏ ਜਾਂਦੇ ਸੀਗੇ, ਠੀਕ ਹੈ। ਇਹ ਵੀ ਉਦਯੋਗ, ਇਸ ਉਦਯੋਗ ਉੱਤੇ ਯੂਰਪੀਅਨ ਲੋਕਾਂ ਦਾ ਕਬਜ਼ਾ ਸੀਗਾ, ਠੀਕ ਆ। ਉਹ ਮਤਲਬ ਕਿ ਉਹਨਾਂ ਨੇ ਕਬਜ਼ਾ ਕਰ ਲਿਆ ਇੱਥੇ। ਅਤੇ 1854 ਵਿੱਚ ਇਹ ਬੰਗਾਲ ਵਿੱਚ ਖੋਲ੍ਹਿਆ ਗਿਆ, ਠੀਕ ਆ, ਕਾਰਖਾਨਾ ਇਹਦਾ, ਜਿੱਥੇ ਕਿ ਬੋਰੀਆਂ ਬਣਦੀਆਂ ਸੀ, ਟਾਟ ਬਣਦੇ ਸੀ, ਜਿਨ੍ਹਾਂ ਤੋਂ ਜਦੋਂ ਉਹ ਇੰਡੀਅਨਸ ਲੋਕਾਂ ਨੂੰ ਵੇਚਦੇ ਸੀ ਤਾਂ ਉਹਨਾਂ ਤੋਂ ਬਹੁਤ ਸਾਰਾ ਉਹਨਾਂ ਨੂੰ ਐਡਵਾਂਟੇਜ ਹੁੰਦਾ ਸੀਗਾ, ਮੁਨਾਫਾ ਹੁੰਦਾ ਸੀਗਾ। ਓਕੇ, ਅਤੇ ਇਹਦੇ ਕਿੰਨੇ ਕਾਰਖਾਨੇ ਬਣਾਏ ਉਹਨਾਂ ਨੇ? 36 ਕਾਰਖਾਨੇ ਸਥਾਪਿਤ ਕਰ ਲਏ ਸੀਗੇ, ਠੀਕ ਹੈ। ਕੋਲੇ ਦੀਆਂ ਖਾਣਾਂ, ਸਾਰੇ ਨਵੇਂ ਕਾਰਖਾਨੇ ਸੀ ਜਿਹੜੇ ਕੋਲੇ ਨਾਲ ਚੱਲਦੇ ਸੀਗੇ। ਜਿੰਨੇ ਵੀ ਕਾਰਖਾਨੇ ਉਸ ਟਾਈਮ ਚੱਲਦੇ ਸੀ ਸਾਰੇ ਕੋਲੇ ਨਾਲ ਚੱਲਦੇ ਸੀਗੇ। ਅਤੇ ਰੇਲਾਂ ਵੀ ਕੋਲੇ ਨਾਲ ਚੱਲਦੀਆਂ ਸੀਗੀਆਂ, ਠੀਕ ਹੈ ਰਾਜੇ। ਤਾਂ ਇਸ ਲਈ ਕੋਲੇ ਦੀਆਂ ਜਿਹੜੀਆਂ ਖਾਣਾਂ ਸੀਗੀਆਂ, ਕੋਲਾ ਕੱਢਣ ਵੱਲ ਖਾਸ ਧਿਆਨ ਦਿੱਤਾ ਗਿਆ। ਅੰਗਰੇਜ਼ਾਂ ਨੇ ਕੋਲੇ ਦੀਆਂ ਖਾਣਾਂ ਵਿੱਚੋਂ ਕੋਲਾ ਕੱਢਣ ਲਈ ਖਾਸ ਧਿਆਨ ਦਿੱਤਾ ਉਹਨਾਂ ਵੱਲ, ਠੀਕ ਹੈ, ਤਾਂ ਕਿ ਜੋ ਉਹਨਾਂ ਨੇ ਇੰਡਸਟਰੀਜ਼ ਖੋਲ੍ਹੀਆਂ, ਜੋ ਉਹਨਾਂ ਨੇ ਉਦਯੋਗ ਖੋਲ੍ਹਿਆ, ਉਹਨਾਂ ਨੂੰ ਚਲਾਉਣ ਲਈ ਉਹ ਵਰਤ ਸਕਣ ਕੋਲੇ ਨੂੰ, ਠੀਕ ਹੈ। ਤਾਂ ਉਹਨਾਂ ਨੇ ਖਾਣਾਂ ਵਿੱਚੋਂ ਕੋਲਾ ਕੱਢਣਾ ਸਟਾਰਟ ਕਰਤਾ। ਇਸ ਤੋਂ ਬਾਅਦ ਨੀਲ ਉਦਯੋਗ। ਪਹਿਲਾਂ ਨੀਲ ਉਦਯੋਗ ਬਾਰੇ ਆਪਾਂ ਪਿੱਛੇ ਹੀ ਪੜ੍ਹ ਕੇ ਗਏ ਇੱਕ ਚੈਪਟਰ 'ਚ। ਤਾਂ 18ਵੀਂ ਸਦੀ ਦੇ ਅੰਤ ਵਿੱਚ ਨੀਲ ਦੀ ਪੈਦਾਵਾਰ ਬਿਹਾਰ ਅਤੇ ਬੰਗਾਲ ਵਿੱਚ ਸ਼ੁਰੂ ਹੋਈ। ਜਿਹੜੇ ਯੂਰਪੀਅਨ ਦੇ ਲੋਕ ਸੀਗੇ, ਉਹਨਾਂ ਨੇ ਕੀ ਕੀਤਾ? ਨੀਲ ਦੇ ਵੱਡੇ ਵੱਡੇ ਬਾਗ ਲਗਾਏ, ਠੀਕ ਹੈ, ਭਾਰਤ ਵਿੱਚ, ਜਿਨ੍ਹਾਂ ਵਿੱਚ ਭਾਰਤੀ ਲੋਕਾਂ ਨੂੰ ਕੰਮ ਕਰਨ 'ਤੇ ਲਗਾਇਆ ਗਿਆ। ਬਾਗ ਉਹਨਾਂ ਨੇ ਆਪ ਲਾਏ ਅਤੇ ਕੰਮ ਕੌਣ ਕਰਦੇ ਸੀ? ਭਾਰਤੀ ਲੋਕ ਕਰਦੇ ਸੀ। 1825 ਵਿੱਚ ਨੀਲ ਦੀ ਖੇਤੀ ਅਧੀਨ 35 ਲੱਖ ਵਿੱਘੇ ਸੀ ਜ਼ਮੀਨ ਦੀ ਸੀਗੀ ਜਿਹੜੀ, ਉਹ ਉਹਦੇ ਅਧੀਨ ਕਰ ਲਏ ਗਏ, ਠੀਕ ਹੈ ਰਾਜੇ। ਔਰ ਇਹਨਾਂ ਨੂੰ ਇਸ ਤੋਂ ਬਹੁਤ ਜ਼ਿਆਦਾ ਪ੍ਰੋਫਿਟ ਹੋਇਆ, ਠੀਕ ਹੈ, ਨੀਲ ਦੀ ਖੇਤੀ ਤੋਂ ਵੀ। ਨੈਕਸਟ ਆਪਾਂ ਵੇਖਦੇ ਹਾਂ ਵਿੱਘਾ ਜ਼ਮੀਨ ਦਾ ਇੱਕ ਮਾਪ ਹੁੰਦਾ, ਠੀਕ ਹੈ ਰਾਜੇ, ਇਹ ਵੀ ਧਿਆਨ 'ਚ ਰੱਖਣਾ। ਚਾਹ 1834 ਵਿੱਚ ਅਸਾਮ ਵਿੱਚ ਕੀ ਕੀਤਾ ਇਹਨਾਂ ਨੇ? ਟੀ ਕੰਪਨੀ ਦੀ ਸਥਾਪਨਾ ਕੀਤੀ। ਇਹ ਕੁਐਸਚਨ ਬੇਟਾ ਤੁਸੀਂ ਚੰਗੀ ਤਰ੍ਹਾਂ ਰੀਡ ਕਰ ਲੈਣੇ ਆ ਸਾਰੇ ਜੋ ਮੈਂ ਤੁਹਾਨੂੰ ਕਰਵਾ ਰਿਹਾ, ਤਾਂ ਕਿ ਇਹ ਤੁਹਾਨੂੰ ਜੋ MCQ ਆ ਤੁਹਾਡੇ ਉਹਦੇ ਵਿੱਚ ਪੁੱਛੇ ਜਾ ਸਕਦੇ ਆ, ਠੀਕ ਹੈ ਰਾਜੇ। ਸੋ ਬੇਟਾ ਧਿਆਨ ਨਾਲ ਹਰ ਇੱਕ ਚੈਪਟਰ ਨੂੰ ਤੁਸੀਂ ਧਿਆਨ ਨਾਲ ਪੜ੍ਹਨਾ। ਅਤੇ 1852 ਵਿੱਚ ਅੰਗਰੇਜ਼ਾਂ ਨੇ ਅਸਾਮ ਵਿੱਚ ਪਹਿਲਾ ਚਾਹ ਬਾਗ ਲਗਾਇਆ। ਆਹ ਵੇਖੋ, ਇਹ ਬਹੁਤ ਇੰਪੋਰਟੈਂਟ ਆ। 1852 ਵਿੱਚ ਕੀ ਆ? ਅੰਗਰੇਜ਼ਾਂ ਨੇ ਅਸਾਮ ਵਿੱਚ ਪਹਿਲਾ ਚਾਹ ਦਾ ਬਾਗ ਲਗਾਇਆ, ਠੀਕ ਹੈ। 1920 ਤੱਕ ਚਾਹ ਦੀ ਖੇਤੀ ਲਗਭਗ 7 ਲੱਖ ਏਕੜ ਜ਼ਮੀਨ ਵਿੱਚ ਹੋਣ ਲੱਗੀ। ਵੇਖੋ ਉਹਨਾਂ ਨੇ ਸਟਾਰਟ ਕਿੱਥੋਂ ਕੀਤੀ ਆ? ਅਸਾਮ ਤੋਂ। ਇੱਥੇ ਟੀ ਕੰਪਨੀ ਦੀ ਸਥਾਪਨਾ ਕੀਤੀ, ਕਿੰਨੇ ਵਿੱਚ ਕੀਤੀ? 1834 ਵਿੱਚ। ਔਰ 1852 ਵਿੱਚ ਅੰਗਰੇਜ਼ਾਂ ਨੇ ਅਸਾਮ ਵਿੱਚ ਪਹਿਲਾ ਚਾਹ ਦਾ ਬਾਗ ਲਗਾਇਆ, ਠੀਕ ਹੈ,
ਸਥਾਪਨਾ ਪਹਿਲਾਂ ਗੱਲ ਸੀ, ਬਾਅਦ ਵਿੱਚ ਚਾਹ ਦਾ ਬਾਗ ਲਗਾਇਆ, ਠੀਕ ਉਹਨਾਂ ਨੇ। ਅਤੇ 1920 ਵਿੱਚ ਚਾਹ ਦੀ ਖੇਤੀ ਲਗਭਗ ਇਹਨਾਂ ਨੇ 7 ਲੱਖ ਏਕੜ ਜ਼ਮੀਨ ਤੱਕ ਵਿੱਚ ਹੋਣ ਲੱਗੀ, ਠੀਕ ਆ, ਸਾਰੀ ਕਵਰ ਕਰਨ ਲੱਗੇ। ਅਤੇ ਇਸ ਤੋਂ ਬਾਅਦ ਕਾਂਗੜਾ, ਨੀਲਗਿਰੀ ਦੀਆਂ ਪਹਾੜੀਆਂ ਵਿੱਚ ਵੀ ਚਾਹ ਦੇ ਬਾਗ ਲਗਾਏ ਗਏ, ਇਸ ਤੋਂ ਇਹਨਾਂ ਨੂੰ ਬਹੁਤ ਪ੍ਰੋਫਿਟ ਹੋਇਆ, ਠੀਕ ਹੈ। ਜਿਹੜੇ ਬ੍ਰਿਟਿਸ਼ਰ ਸੀਗੇ, ਇਹ ਵੀ ਉਦਯੋਗ ਸੀਗਾ। ਕੌਫੀ 1840 ਈਸਵੀ ਵਿੱਚ ਕੌਫੀ ਦਾ ਪਹਿਲਾ ਬਾਗ ਦੱਖਣੀ ਭਾਰਤ ਵਿੱਚ ਲਗਾਇਆ ਗਿਆ। ਬਾਅਦ ਵਿੱਚ ਕੌਫੀ ਦੇ ਬਾਗ ਮੈਸੂਰ, ਨੀਲਗਿਰੀ, ਮਾਲਾਬਾਰ ਦੇ ਖੇਤਰਾਂ ਵਿੱਚ ਲਗਾਏ ਗਏ, ਠੀਕ ਹੈ। ਬ੍ਰਾਜ਼ੀਲ ਦੀ ਕੌਫੀ ਨਾਲ ਇਸ ਦਾ ਮੁਕਾਬਲਾ ਹੋਣ ਕਰਕੇ ਇਸ ਉਦਯੋਗ ਨੂੰ ਬਹੁਤ ਨੁਕਸਾਨ ਹੋਇਆ, ਕਿਉਂਕਿ ਬ੍ਰਾਜ਼ੀਲ ਸੀਗਾ ਜਿਹੜਾ, ਉਹਦੀ ਕੌਫੀ ਵਧੀਆ ਸੀ, ਠੀਕ ਆ। ਹੋਰ ਉਦਯੋਗ ਵੀ ਸੀਗੇ। 19ਵੀਂ ਸਦੀ ਦੇ ਅੰਤ ਵਿੱਚ ਅਤੇ 20ਵੀਂ ਸਦੀ ਦੇ ਸ਼ੁਰੂ ਵਿੱਚ ਬਹੁਤ ਸਾਰੇ ਕਾਰਖਾਨੇ ਸਥਾਪਿਤ ਕੀਤੇ ਗਏ, ਠੀਕ ਆ। ਲੋਹਾ ਇਸਪਾਤ, ਖੰਡ ਮਿੱਲਾਂ ਹੋ ਗਈਆਂ, ਕਾਗਜ਼ ਬਣਾਉਣ ਵਾਲੇ ਇੰਡਸਟਰੀਜ਼ ਹੋ ਗਈਆਂ, ਚਮੜਾ ਰੰਗਣ ਵਾਲੇ ਕਾਰਖਾਨੇ ਹੋ ਗਏ, ਠੀਕ ਆ, ਜਿਨ੍ਹਾਂ ਤੋਂ ਕਿ ਅੰਗਰੇਜ਼ਾਂ ਨੂੰ ਬਹੁਤ ਪ੍ਰੋਫਿਟ ਹੋਇਆ। ਅਤੇ ਪਰ ਇਹਦੇ ਨਾਲ ਆਪਣੇ ਦੇਸ਼ ਵਿੱਚ ਆਧੁਨਿਕ ਸਮਾਂ ਵੀ ਆਉਣ ਲੱਗਿਆ, ਭਾਵ ਲੋਕ ਤਰੱਕੀ ਦੇ ਰਾਹ ਵੱਲ ਜਾਂਦੇ ਵੀ ਰਹੇ ਅਤੇ ਲੋਸ ਵੀ ਹੁੰਦਾ ਰਿਹਾ ਉਹਨਾਂ ਨੂੰ, ਨਾਲ ਚੀਜ਼ਾਂ ਚੱਲਦੀਆਂ ਰਹੀਆਂ। ਲੋਕਾਂ ਦਾ ਕੰਮ ਆਸਾਨ ਵੀ ਹੁੰਦਾ ਗਿਆ, ਠੀਕ ਹੈ। ਪਰ ਜਿਹੜੇ ਲੋਕ ਮਜ਼ਦੂਰ ਵਰਗ ਸੀਗਾ, ਉਹ ਦਿਨੋਂ ਦਿਨ ਗਰੀਬ ਹੁੰਦਾ ਗਿਆ, ਅਤੇ ਪੂੰਜੀਪਤੀ ਸੀਗੇ ਜਿਹੜੇ ਦਿਨੋਂ ਦਿਨ ਅਮੀਰ ਹੁੰਦੇ ਗਏ। ਹੁਣ ਆਧੁਨਿਕ ਉਦਯੋਗਿਕ ਵਿਕਾਸ ਦੀ ਮਹੱਤਤਾ ਬਾਰੇ ਆਪਾਂ ਰੀਡ ਕਰਨਾ, ਜਿਹੜਾ ਆਧੁਨਿਕ ਭਾਰਤ ਵਿੱਚ ਆਧੁਨਿਕ ਵਿਕਾਸ ਦੇ ਆਰਥਿਕ ਅਤੇ ਸਮਾਜਿਕ ਜੀਵਨ ਉੱਤੇ ਮਹੱਤਵਪੂਰਨ ਪ੍ਰਭਾਵ ਪਿਆ। ਸਿੱਟੇ ਵਜੋਂ ਜਿਵੇਂ ਕਿ ਆਪਾਂ ਵੇਖਦੇ ਹਾਂ ਕਿ ਸਮਾਜ ਵਿੱਚ ਪੂੰਜੀਪਤੀ ਸੀ ਜਿਹੜੇ, ਠੀਕ ਆ, ਅਤੇ ਮਜ਼ਦੂਰ ਸੀ, ਦੋ ਰਸੈਣੀਆਂ ਨੇ ਜਨਮ ਲਿਆ, ਠੀਕ ਹੈ। ਪੂੰਜੀਪਤੀ ਮਜ਼ਦੂਰਾਂ ਦਾ ਵੱਧ ਤੋਂ ਵੱਧ ਸ਼ੋਸ਼ਣ ਕਰਨ ਲੱਗੇ, ਠੀਕ ਆ। ਉਹਨਾਂ ਤੋਂ ਕੰਮ ਕਰਵਾਉਂਦੇ ਸੀ, ਪਰ ਉਹਨਾਂ ਨੂੰ ਤਨਖਾਹ ਬਹੁਤ ਘੱਟ ਦਿੰਦੇ ਸੀਗੇ, ਤਾਂ ਜਿਹਦੇ ਕਾਰਨ ਉਹਨਾਂ ਨੂੰ ਜਿਹੜੀ ਅੰਗਰੇਜ਼ ਸਰਕਾਰ ਸੀ ਉਹਨਾਂ ਨੂੰ ਬਹੁਤ ਜ਼ਿਆਦਾ ਪ੍ਰੋਫਿਟ ਹੁੰਦਾ ਸੀਗਾ। ਅਤੇ ਜਿਹੜੇ ਪੂੰਜੀਪਤੀ ਸੀਗੇ ਉਹ ਦਿਨ ਪ੍ਰਤੀ ਦਿਨ ਅਮੀਰ ਹੁੰਦੇ ਜਾ ਰਹੇ ਸੀਗੇ, ਔਰ ਜਿਹੜੇ ਮਜ਼ਦੂਰ ਸੀਗੇ, ਗਰੀਬ ਸੀਗੇ, ਉਹ ਦਿਨ ਪ੍ਰਤੀ ਦਿਨ ਕੀ ਹੈ, ਗਰੀਬ ਹੁੰਦੇ ਜਾ ਰਹੇ ਸੀ, ਠੀਕ ਹੈ। ਇਸ ਵਿੱਚ ਵੇਖਦੇ ਆਪਾਂ ਅੱਗੇ ਜਾ ਕੇ, ਜਿਹੜੇ ਮਜ਼ਦੂਰ ਸੀ ਉਹਨਾਂ ਨੂੰ ਦੋਨਾਂ ਪਾਸਿਆਂ ਤੋਂ ਘਾਟਾ ਪੈ ਰਿਹਾ ਸੀ, ਠੀਕ ਹੈ, ਸਰਕਾਰ ਵੱਲੋਂ ਵੀ ਅਤੇ ਜੋ ਆਪਦੀ ਕਿਰਤ ਕਰਦੇ ਸੀ ਉਹਦੇ ਵੱਲੋਂ ਵੀ ਪੈ ਰਿਹਾ ਸੀਗਾ, ਠੀਕ ਹੈ। ਹੁਣ ਇਸ ਲਈ ਸਰਕਾਰ ਨੇ ਮਜ਼ਦੂਰਾਂ ਦੀ ਹਾਲਤ ਨੂੰ ਸੁਧਾਰਨ ਲਈ ਫੈਕਟਰੀ ਐਕਟ ਪਾਸ ਕੀਤਾ। ਉਦਯੋਗਿਕ ਵਿਕਾਸ ਹੋਣ ਕਰਕੇ ਕਈ ਨਵੇਂ ਸ਼ਹਿਰਾਂ ਦਾ ਨਿਰਮਾਣ ਹੋਇਆ। ਸ਼ਹਿਰ ਆਧੁਨਿਕ ਜੀਵਨ ਅਤੇ ਸੱਭਿਆਚਾਰ ਦੇ ਕੇਂਦਰ ਬਣੇ। ਹੁਣ ਪਹਿਲਾਂ ਜਿਹੜੇ ਸ਼ਹਿਰਾਂ 'ਚ ਆਧੁਨਿਕ ਸਮਾਂ ਨਹੀਂ ਆਇਆ ਸੀਗਾ, ਭਾਵ ਉਹਨਾਂ ਨੂੰ ਉਦਯੋਗਾਂ ਬਾਰੇ ਪਤਾ ਨਹੀਂ ਸੀਗਾ, ਹੌਲੀ ਹੌਲੀ ਉਹ ਡਿਵੈਲਪ ਹੋਣੇ ਸ਼ੁਰੂ ਹੋ ਗਏ, ਪਰ ਉਹਨਾਂ ਦਾ ਨੁਕਸਾਨ ਵੀ ਬਹੁਤ ਹੋਇਆ, ਕਿਉਂਕਿ ਉਹਨਾਂ ਦੀ ਲੁੱਟ ਹੋਈ ਸਿੱਧੇ ਰੂਪ ਵਿੱਚ। ਵਿਸ਼ਾ ਅਧਿਐਨ ਜਿੱਦਾਂ ਆਪਾਂ ਕਹਿ ਲਈਏ ਵੀ ਆਧੁਨਿਕ ਪੀਰੀਅਡ ਵਿੱਚ ਕੀ ਆਇਆ, ਮਾਡਰਨ ਪੀਰੀਅਡ, ਜਿਹੜੀ ਮਾਡਰਨ ਇੰਡਸਟਰੀ ਸੀਗੀ ਉਹਦੇ ਵਿੱਚ ਕੀ ਆਇਆ, ਬਹੁਤ ਸਾਰੇ ਨਵੀਆਂ ਚੀਜ਼ਾਂ ਦੇਖਣ ਨੂੰ ਆਈਆਂ ਲੋਕਾਂ ਦੇ ਸਾਹਮਣੇ, ਜਿੱਦਾਂ ਪੋਸ਼ਾਕਾਂ, ਕਮੀਜ਼, ਦੁਪੱਟੇ, ਪੈਂਟ, ਸਾੜੀਆਂ ਆਦਿ ਜੋ ਪਹਿਨਦੇ ਸੀ, ਉਹ ਸਾਰੇ ਕੱਪੜਿਆਂ ਦੀ ਵੈਰਾਇਟੀ ਆਈ, ਠੀਕ ਆ। ਅਤੇ ਜਿਹੜੇ ਲੋਕ ਸੀਗੇ ਉਹ ਕੀ ਆ, ਜੋ ਲਘੂ ਉਦਯੋਗਾਂ ਵਿੱਚ ਚੀਜ਼ਾਂ ਤਿਆਰ ਹੁੰਦੀਆਂ ਸੀ, ਉਹ ਤੋਂ ਪਾਸੇ ਧਿਆਨ ਕਰਕੇ ਜਿਹੜੀ ਮਾਡਰਨ ਇੰਡਸਟਰੀ ਸੀਗੀਆਂ ਵੈਸਟਰਨ ਕਲਚਰ ਵਿੱਚ ਉਹਨਾਂ 'ਤੇ ਭਾਰੂ ਪਿਆ ਜਦੋਂ, ਅਤੇ ਉਹਨਾਂ ਨੇ ਇੱਧਰ ਨੂੰ ਆਉਣਾ ਸ਼ੁਰੂ ਕਰਤਾ। ਤਾਂ ਇਸ ਨਾਲ ਕੀ ਹੋਇਆ, ਜਿਹੜੇ ਜੁਲਾਹੇ ਸੀਗੇ, ਜਿਹੜੇ ਘੁਮਿਆਰ ਸੀ, ਉਹਨਾਂ ਨੂੰ ਬਹੁਤ ਲੋਸ ਹੋਇਆ। ਇਹ ਪਹਿਲਾਂ ਵੀ ਆਪਾਂ ਗੱਲ ਕਰ ਚੁੱਕੇ ਹਾਂ। ਅਤੇ ਇਸ ਤੋਂ ਬਾਅਦ ਵੇਖਦੇ ਬੇਟਾ ਆਪਾਂ ਫਿਰ 20ਵੀਂ ਸਦੀ ਵਿੱਚ ਕੀ ਹੋਇਆ, ਮਹਾਤਮਾ ਗਾਂਧੀ ਜੀ ਦੀ ਅਗਵਾਈ ਹੇਠਾਂ ਭਾਰਤ ਵਿੱਚ ਹੱਥ ਨਾਲ ਬੁਣੇ ਸੂਤੀ ਕੱਪੜੇ ਤਿਆਰ ਕੀਤੇ ਗਏ, ਜਿਸ ਨਾਲ ਭਾਰਤੀ ਕੱਪੜਾ ਉਦਯੋਗ ਮੁੜ ਹੋਂਦ ਵਿੱਚ ਆਇਆ, ਠੀਕ ਆ। ਮਤਲਬ ਇਹ ਆ, ਠੀਕ ਆ। ਹੁਣ ਇਹ ਚੈਪਟਰ ਆਪਾਂ ਸਾਰਾ ਕੰਪਲੀਟ ਕਰ ਲਿਆ ਰਾਜੇ। ਜੇਕਰ ਕਿਸੇ ਵੀ ਸਟੂਡੈਂਟ ਨੂੰ ਕੋਈ ਵੀ ਪ੍ਰੋਬਲਮ ਹੋਈ ਤਾਂ ਮੇਰੇ ਨਾਲ ਡਿਸਕਸ ਕਰ ਸਕਦੇ, ਠੀਕ ਹੈ। ਦੇਖੋ ਬੇਟਾ, ਫਸਟ ਆਫ ਆਲ ਕੀ ਸੀਗਾ, ਚੈਪਟਰ ਦਾ ਨਾਮ ਸੀਗਾ ਦਸਤਕਾਰੀ ਅਤੇ ਉਦਯੋਗ। ਤਾਂ ਜਿਹੜੇ ਲਘੂ ਉਦਯੋਗ ਸੀ ਉਹਨਾਂ ਦਾ ਜਦੋਂ ਪਤਨ ਹੋਇਆ, ਤਾਂ ਉਸ ਤੋਂ ਬਾਅਦ ਕੀ ਆ, ਪਤਨ ਕਿਵੇਂ ਹੋਇਆ ਇਹ ਤੁਹਾਡੇ ਨਾਲ ਡਿਸਕਸ ਕੀਤੀ ਆਪਾਂ ਪੁਆਇੰਟ, ਠੀਕ ਹੈ। ਸਾਰੀ ਪੁਆਇੰਟ ਟੂ ਪੁਆਇੰਟ ਗੱਲ ਕੀਤੀ ਹੋਈ ਆ। ਔਰ ਫਿਰ ਆਧੁਨਿਕ ਭਾਰਤੀ ਉਦਯੋਗ ਆਇਆ। ਇਹ ਆਪਾਂ ਬ੍ਰਿਟਿਸ਼ਰ ਗਵਰਨਮੈਂਟ ਆ ਉਹਦੀ ਗੱਲ ਕਰ ਰਹੇ ਹਾਂ ਵੀ ਉਹਨੇ ਕਿੱਦਾਂ ਡਿਵੈਲਪ ਕੀਤਾ, ਠੀਕ ਆ, ਆਪਣੇ ਪ੍ਰੋਫਿਟ ਲਈ ਇੰਡੀਆ ਨੂੰ, ਠੀਕ ਆ। ਜਿਹੜੇ ਕਿਸਾਨ ਸੀ ਉਹਨਾਂ ਤੋਂ ਕਿੱਦਾਂ ਉਹਨਾਂ ਨੇ ਫਸਲਾਂ, ਬੀਜ ਆਪ ਉਹਨਾਂ ਨੇ ਪਾਇਆ ਅਤੇ ਕੰਮ ਕੀ ਕਰਾਇਆ, ਕਿਸਾਨਾਂ ਤੋਂ ਕਰਾਇਆ, ਠੀਕ ਹੈ, ਆਪਦੇ ਪ੍ਰੋਫਿਟ ਲਈ। ਹੁਣ ਦੇਖੋ ਬੇਟਾ, ਆਹ ਵੇਖੋ, ਸੂਤੀ ਕੱਪੜਾ ਉਦਯੋਗ ਆਇਆ, ਪਟਸਨ ਉਦਯੋਗ ਆਇਆ, ਕੋਲੇ ਦੀਆਂ ਖਾਣਾਂ ਆਈਆਂ, ਨੀਲ ਉਦਯੋਗ, ਚਾਹ, ਕੌਫੀ ਅਤੇ ਹੋਰ ਉਦਯੋਗ, ਠੀਕ ਹੈ। ਫਿਰ ਇਹਨਾਂ ਦਾ ਇਹਦੀ ਮਹੱਤਤਾ ਕੀ ਆ, ਇਹਦੀ ਮਹੱਤਤਾ ਇਹ ਸੀਗੀ ਜਿਹੜੇ ਮਜ਼ਦੂਰ ਸੀ ਉਹਨਾਂ ਨੂੰ ਬਹੁਤ ਜ਼ਿਆਦਾ ਘਾਟਾ ਹੋਇਆ, ਅਤੇ
ਪੂੰਜੀਪਤੀ ਸੀ ਦਿਨੋਂ ਪ੍ਰਤੀ ਦਿਨ ਅਮੀਰ ਹੁੰਦੇ ਗਏ ਅਤੇ ਨਵੀਆਂ ਵਸਤੂਆਂ ਆਈਆਂ, ਠੀਕ ਹੈ, ਇੰਡੀਆ ਵਿੱਚ ਬਹੁਤ ਸਾਰੀਆਂ। ਅਤੇ ਫਿਰ ਬਾਅਦ ਵਿੱਚ ਕੀ ਹੋਇਆ ਕਿ ਜਦੋਂ ਜਮਾਂ ਬਿਖਰ ਗਿਆ ਲਘੂ ਉਦਯੋਗ, ਤਾਂ ਮਹਾਤਮਾ ਗਾਂਧੀ ਨੇ 20ਵੀਂ ਸਦੀ ਵਿੱਚ ਮਹਾਤਮਾ ਗਾਂਧੀ ਜੀ ਦੀ ਅਗਵਾਈ ਹੇਠ ਹੱਥ ਨਾਲ ਬੁਣੇ ਸੂਤੀ ਕੱਪੜੇ ਤਿਆਰ ਕੀਤੇ ਗਏ, ਠੀਕ ਹੈ, ਜਿਸ ਨਾਲ ਭਾਰਤੀ ਕੱਪੜਾ ਉਦਯੋਗ ਹੋਂਦ ਵਿੱਚ ਆਇਆ। ਓਕੇ, ਇਹ ਚੈਪਟਰ ਆ ਆਪਣਾ ਚੈਪਟਰ ਖਤਮ ਹੋ ਚੁੱਕਿਆ ਰਾਜੇ। ਜੇਕਰ ਕਿਸੇ ਵੀ ਸਟੂਡੈਂਟ ਨੂੰ ਕੋਈ ਵੀ ਸਮੱਸਿਆ ਹੋਈ ਤਾਂ ਮੇਰੇ ਨਾਲ ਡਿਸਕਸ ਕਰ ਸਕਦਾ। ਓਕੇ ਬੇਟਾ, ਥੈਂਕ ਯੂ।